ਗਿੱਲ ਤੁਹਾਡੇ ਨਾਲ ਗਿੱਲ ਸਾਹਿਬ YouTube 777 ਚੈਨਲ ਤੋਂ। ਤੇ ਜਨਾਬ ਈਦ ਉਲ ਅਜ਼ਹਾ ਦਾ ਵਕਤ ਹੈ ਤੇ ਅੱਜ ਈਦ ਦਾ ਦੂਸਰਾ ਦਿਨ ਹੈ ਤੇ ਅੱਜ ਮੈਂ ਤੁਹਾਨੂੰ ਇੱਕ ਬਹੁਤ ਇਨਫੋਰਮੇਸ਼ਨ ਵੀਡੀਓ ਦੇਣ ਵਾਲਾ। ਮੇਰੇ ਨਾਲ ਅੱਜ अरशद कसाब है जिन्हें। अस्सलाम वालेकुम जी। वालेकुम सलाम। अरशद भाई की हाल चाल है? खैरियत है, अल्लाह पाक दा शुक्र है। और पहले सब तो पहले तो ईद मुबारक। खैर मुबारक जनाब तुसी माशाल्लाह पेशे दे कसाब हो। हाँ जी। बाप दादा तो तुसी ये काम कर रहे हो। हाँ जी हाँ जी। ते जनाब 192 ਦੇ ਵਿੱਚ ਤੁਸੀਂ 1900 ਤੋਂ ਆਬਾਦ ਹੋ। हाँ जी हाँ जी। ਤੇ ਤੁਸੀਂ ਇਹੀ ਕੰਮ ਕੀਤਾ ਕਸਾਈਆਂ ਦਾ ਜੀ? हाँ जी हाँ जी बिल्कुल। ਥੋੜਾ ਜਿਹਾ ਇੱਥੇ ਕਰ ठीक हो गया। ਅੱਛਾ ਅਰਸ਼ਦ ਭਾਈ ਕੁਰਬਾਨੀ ਦਾ ਵਕਤ ਆ ਗਿਆ। हाँ जी 2025 ਦੀ ਕੁਰਬਾਨੀ हाँ जी हाँ जी। ਤੇ ਕਿੰਨੇ ਡੰਗਰ ਕਰ ਚੁੱਕੇ ਹੋ ਕੱਲ ਤੋਂ ਲੈ ਕੇ ਹੁਣ ਤੱਕ? माशाल्लाह जी असी डंगर कीते जेड़े आप कीते ने वो कीते ने 8। ਅੱਛਾ ਜੀ। कोई 10-12 छोटे जानवर कीते बकरे। ਅੱਛਾ ਜੀ। ते 2-3 मुंडे नाल अनजान सन बिल्कुल जीरो। उन्होंने कोई समझ साच नहीं ते नाल अपनी हिम्मत मार के जो भी है वक्त दे नाल हाँ जी अपने तजर्बे नाल अपनी जज्बात नाल एक कम किया। अल्लाह ताला रौक शौक दिता और हिम्मत दी अपनी समझ सोच नाल बड़ा किया, अपनी हिम्मत तो ज़्यादा किया उम्र के लिहाज नाल हाँ जी। तो इंशाअल्लाह इसने जिंदगी रहे भाई सफदर गिल साहब। तो गल है कि भी अगला भी जिंदगी रही थी इस तरीके नाल अपना जिन्नी देर दौक शौक करा। ਅੱਛਾ ਅਰਸ਼ਦ ਭਾਈ ਤੁਸੀਂ ਮੈਨੂੰ ਇਹ ਦੱਸੋ हाँ जी ਕਿ ਕੁਰਬਾਨੀ ਦੇ ਵਕਤ ਨਾ ਜਦੋਂ ਕੁਰਬਾਨੀ ਦਾ ਵਕਤ ਆਉਂਦਾ ਹੈ ਬਹੁਤ ਸਾਰੇ ਵੀਰ ਨੇ ਜਿਹੜੇ ਕਿ ਜ਼ਰੂਰਤ ਵੀ ਹੁੰਦੀ ਹੈ ਕਿਉਂਕਿ ਹਰ ਜਗ੍ਹਾ ਕਸਾਈ ਨਹੀਂ ਪਹੁੰਚ ਸਕਦਾ। बिल्कुल ਤੇ ਕੁਝ ਲੋਕ ਤਜਰਬਾ ਰੱਖਦੇ ਨੇ हाँ जी ਉਹ ਵੀ ਫਿਰ ਇਸ ਦਿਨ ਦੇ ਮੁਨਾਸਬਤ ਦੇ ਨਾਲ ਨਾ ਉਹ ਜਾਨਵਰ ਕੁਰਬਾਨ ਕਰਕੇ ਫਿਰ ਉਹਦਾ ਗੋਸ਼ਤ ਬਣਾ ਕੇ हाँ जी हाँ जी। ਤੇ ਉਹ ਆਇਆ ਕਸਾਈਆਂ ਵਾਂਗੂ ਹੀ ਉਹਨਾਂ ਦੇ ਗੋਸ਼ਤ ਦਾ ਬਣਾਉਣ ਦਾ ਤਰੀਕਾਕਾਰ ਹੁੰਦਾ ਜਾਂ ਉਹਦਾ ਚ ਫਰਕ ਆਉਂਦਾ ਕਸਾਈ ਦਾ ਤੇ ਦੂਸਰੇ ਦਾ? देखो जी सब तो पहली तो गल है कि भी जिहदा खानदानी पेशा कारोबार उहदी टेक्नीक होर है जिहड़ा बंदा अनजान नाड़ी है उहदे कम च ते साडे कम च 100 चो 70-80% साडा कम ते 20% उन्हां दा। 20% ਉਹਨਾਂ ਦਾ। ਅੱਛਾ ਬਹੁਤ ਸਾਰੇ ਟਿਕਟੋਕ ਤੇ ਫੇਸਬੁੱਕ ਤੇ ਵੀ ਆਉਂਦਾ ਹੈ ਕਿ ਇਹ ਜਾਨਵਰ ਜਿਹੜੇ ਨੇ ਨਾ ਜੀ ਤਗੜੇ ਜਾਨਵਰ हाँ ਜਿਹੜੇ जी ਨੇ हाँ जी ਉਹ ਅਕਸਰ ਅਣਜਾਣਾ ਕੋਲੋਂ छुट जांदे ਛੁੱਟ ਜਾਂਦੇ ਨੇ छुट जांदे। ਤੇ ਕਸਾਈ ਕੋਲ ਵੀ ਇਹ ਹੋ ਜਾਂਦਾ ਮਾਜਰਾ ਕਿ ਉਹਦੇ ਕੋਲ ਵੀ ਛੁੱਟ ਜਾਂਦੇ ਨੇ। ਇਹ ਕੋਈ ਨਹੀਂ ਗੱਲ ਕਹੀ ਜਾਂਦੀ ਬਾਜ਼ੂਕਾ ਤੇ ਇੰਜ ਵੀ ਹੁੰਦਾ ਵਾ ਰੱਸਾ ਬੰਦਾ ਜਾਂ ਜੋ ਵੀ ਆ ਉਹਨੂੰ ਬੰਦਾ ਪਾਉਂਦਾ ਤੇ ਉਹ ਰੱਸਾ ਹੀ ਖੱਦੀ ਹੁੰਦਾ ਉਹ ਨਹੀਂ ਬੰਦਾ ਜਦੋਂ ਕਾਲੀ ਦੇ ਵਿੱਚ ਵੇਖ ਸਕਦਾ ਤੇ ਉਹ ਜਦੋਂ ਜਾਨਵਰ ਜ਼ੋਰ ਮਾਰਦਾ ਰੱਸਾ ਵੀ ਟੁੱਟ ਜਾਂਦਾ। ਅੱਛਾ ਜੀ। ਹਾਂਜੀ ਪੁਰਾਣੇ ਪਏ ਹੁੰਦੇ ਨੇ ਰੱਸੇ ਤੇ ਬਹਰਹਾਲ ਅੱਲਾਹ ਪਾਕ ਹਰ ਇੱਕ ਦੇ ਖੈਰ ਕਰੇ। ਜੇ ਰੱਸੇ ਟੁੱਟ ਜਾਂਦੇ ਨੇ ਬਾਜ਼ੂਕਾ ਕਈਆਂ ਜਗ੍ਹਾ ਤੇ ਜਾਨਵਰ ਬਹੁਤ ਇਨਸਾਨਾਂ ਦੇ ਨੁਕਸਾਨ ਕਰਦੇ ਨੇ ਮਗਰ ਜਿਹੜੇ ਤੁਹਾਡੇ ਨਾਲ ਕਦੀ ਇਹ ਵਾਕਿਆ ਹੋਇਆ? इंशाअल्लाह अल्लाह पाक खैर करे अज तक मेरे नाल नहीं होया। ਨਹੀਂ ਹੋਇਆ? नहीं होया। ਅੱਛਾ ਤੁਸੀਂ ਮੈਨੂੰ ਇਹ ਦੱਸੋ ਕਿ ਇੱਕ ਵੱਡਾ ਜਾਨਵਰ 4-5 ਮਣ ਜਿਹੜਾ ਜਾਨਵਰ ਹੈ हाँ जी हाँ जी। ਉਹਨੂੰ ਕਰਨ ਲੱਗਿਆ ਤੁਹਾਨੂੰ ਕਿੰਨਾ ਟਾਈਮ ਲੱਗਦਾ? टाइम जद असी होइए 2 बंदे अपने जाती अपने पेशे दे कारोबारी ਅੱਛਾ ਜੀ। फिर असी 1.5 घंटे दे च ला लू के ते उन्हें नेड़े कर छड़ने। ਬਹੁਤ जल्दी नहीं? हाँ जी ते जे होइए नाड़ी बंदे फिर कोई 2.5 घंटे लग ही जाते हैं लड़ते घुलते खपदे उन्होंने समझाते हो यार इंज करो दस्ती इंज बनाओ सीना इंज बनाओ इनू इंज करो छलो दे ठोक इंज करो पल्ला लाओ फलानी गल कसाबी लैन जी गल है खानदानी हाँ जी ਇਹਦੇ ਜੋੜ ਇੰਜ ਛਡਾਓ। ਠੀਕ ਹੋ ਗਿਆ। ਤੇ ਜਿਹੜੇ ਅਨਾੜੀ ਲੋਕ ਨੇ ਉਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਵੀ ਇਹ ਟੈਕਨੀਕ ਕੀ ਹੁੰਦੀ ਹੈ ਵੀ ਜੋੜ ਤੋਂ ਛੜਾ ਸੌਖਾ ਛੁੱਟਦਾ ਜਾਂ ਉਹਤੇ ਟਾਈਮ ਥੋੜਾ ਲੱਗਦਾ ਜਾਂ ਮਤਲਬ ਜਿੱਥੋਂ ਆ ਉੱਥੇ ਵੱਢਣ ਟੁੱਕਣ ਲੱਗ ਪਏ। ਇਹ ਵੇਖੋ ਜੀ ਇਹ ਸਾਡੇ ਭਾਈ ਨੇ ਇਹ ਹੁਣ ਵੀ ਜਾਨਵਰ ਹਲਾਲ ਕਰਕੇ ਆਏ ਨੇ ਤੇ ਇਹਨਾਂ ਨੂੰ ਮੈਂ ਫੜ ਲਿਆ ਜੀ ਕਿ ਆਓ ਜੀ ਇਧਰ ਜ਼ਰਾ ਸਾਨੂੰ ਵੀ ਕੋਈ ਦੱਸੋ। ਇਹ ਦੇਖੋ ਖੂਨ ਲੱਗਾ ਜੀ ਤੇ ਮਾਸ਼ਾਅੱਲਾ ਕੱਲ ਦੇ ਬੜੇ ਐਕਟਿਵ ਨਜ਼ਰ ਆ ਰਹੇ ਨੇ। ਅੱਛਾ ਅਰਸ਼ਦ ਭਾਈ ਤੁਸੀਂ ਇਹ ਦੱਸੋ ਹਾਂਜੀ ਕਿ ਬੱਕਰੇ ਨੂੰ ਕਿੰਨਾ ਟਾਈਮ ਲੱਗਦਾ? ਜ਼ਾਤੇ ਖੁਦ ਜੇ ਮੈਂ ਆਪਣੀ ਹਿੰਮਤ ਤਬੀਅਤ ਦੇ ਹਿਸਾਬ ਨਾਲ ਜੇ ਕੰਮ ਕਰਾਂ ਬੱਕਰੇ ਨੂੰ ਤੇ ਮੇਰਾ ਦਿਲ ਕਹਿੰਦਾ ਵੀ ਨਾ ਦੇਰ ਤੇ ਨਾ
ਜਲਦੀ ਇੰਨੀ ਅੱਧੇ ਇੱਕ ਘੰਟੇ ਦੇ ਵਿੱਚ ਮੈਂ ਮੁਕਾ ਛੱਡਣਾ। ਅੱਧੇ ਘੰਟੇ 'ਚ ਤੁਸੀਂ ਬੱਕਰਾ ਲਾ ਲੂ ਕੇ ਉਹਨੂੰ ਹਰ ਸ਼ਾਹ ਦੀ ਬਣਾ ਛੱਡਣਾ। ਕੋਈ ਗੱਲ ਸੁਣਾਓ ਫਿਰ ਬੱਕਰੇ ਦੀ ਜਾਂ ਵੱਛੇ ਦੀ, ਕੋਈ ਐਸੀ ਹੱਡ ਬੀਤੀ ਜੱਗ ਬੀਤੀ। ਹੱਡ ਬੀਤੀ ਜੱਗ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਵੇਖਿਆ ਮੈਂ ਸ਼ਹਿਰ ਗੁਜਰਾਲ ਦੇ ਵਿੱਚ ਵਾਕਿਆ। ਅੱਛਾ ਜੀ। ਉਹ ਕਿਸੇ ਬੰਦੇ ਨੇ ਵਪਾਰੀਆਂ ਨੇ ਅਕਸਰ ਉਹ ਲੈ ਕੇ ਜਾਨਵਰ ਜਾਂਦੇ, ਉਹ ਸ਼ਹਿਰਾਂ ਦੇ ਵਿੱਚ ਜਾ ਕੇ ਉਹ ਜਿਸ ਖਧਾਰਨ ਵੱਜਦੇ ਜਾਂ ਰੋਡਾਂ ਤੇ ਬੰਨ੍ਹਦੇ ਨੇ ਜਾਂ ਬਾਤ ਕਿਤੇ ਐਸੀਆਂ ਜਗ੍ਹਾ ਦੇ ਕੋਲੋਂ ਦੀ ਉਹਨਾਂ ਦਾ ਗੁਜ਼ਰ ਹੁੰਦਾ ਡੰਗਰਾਂ ਵਾਲਿਆਂ ਦਾ, ਜਾਨਵਰਾਂ ਵਾਲਿਆਂ ਦਾ। ਉਹਨਾਂ ਨੇ ਉਹ ਜਾਨਵਰ ਇਨਸਾਨ ਜਾਂ ਉਹ ਐਸੇ ਪੈਂਟਾਂ ਵਾਲੇ ਜਾਂ ਮਤਲਬ ਲਿਬਾਸ ਦੇ ਹਿਸਾਬ ਨਾਲ ਸਾਡੇ ਝਟਕੇ ਬੰਦੇ ਧੋਤੀਆਂ ਬੰਨਣ ਵਾਲੇ, ਹਾਂਜੀ, ਉਹ ਫਿਰ ਕੋਈ ਗੱਡੀਆਂ ਕਾਰਾਂ ਬੱਸਾਂ ਜੋ ਵੀ ਸ਼ਹਿਰੀ ਟ੍ਰੈਫਿਕ ਜਿਹੜੀ ਹੈ ਨਾ ਉਹਨਾਂ ਸਹਿਮ ਜਾਂਦੇ, ਘਬਰਾ ਜਾਂਦੇ ਜਾਨਵਰ ਵੀ। ਅੱਛਾ ਜੀ। ਹਾਂਜੀ, ਤੇ ਉਹ ਫਿਰ ਪਿੰਡ ਦੇ ਮਾਹੌਲ ਜਿਹੜਾ ਹੁੰਦਾ ਉਹ ਖੁੱਲ੍ਹੇ ਹਾਤੇ ਹੁੰਦੇ ਨੇ, ਉਹਨਾਂ ਨਾ ਉਹਨਾਂ ਨੂੰ ਏਡਾ ਬਾਹਰ ਕੱਢਿਆ ਜਾਂਦਾ, ਨਾ ਉਹਨਾਂ ਨੂੰ ਅੰਦਰ ਹੀ ਹਰ ਸ਼ਾਹ ਉਹਨਾਂ ਨੂੰ ਮੁਹੱਈਆ ਹੁੰਦੀ ਮਿਲਦੀ। ਉਹ ਜਿਸ ਕਿਤੇ ਦੂਰ ਦਰਾਜ ਜਾਂਦੇ ਨੇ ਉਹ ਫਿਰ ਬਾਹਰ ਰੋਡਾਂ ਦੇ ਮੈਦਾਨ 'ਚ ਜਦੋਂ ਉਹਨਾਂ ਜਾਨਵਰਾਂ ਨੂੰ ਕੱਢਿਆ ਜਾਂਦਾ ਉਹ ਬੰਦਿਆਂ ਦੇ ਮਗਰ ਵੀ ਚੜ੍ਹਦੇ, ਉਹ ਡਰਾਉਂਦੇ ਵੀ। ਅੱਛਾ ਜੀ। ਹਾਂਜੀ, ਉਹ ਫਿਰ ਹਾਂਜੀ ਉਹ ਨੁਕਸਾਨ ਵੀ ਕਰਦੇ ਨੇ। ਫਿਰ ਉਹ ਜਿਸ ਕਦੇ ਉਹ ਜਾਨਵਰ ਫਰੋਖਤ ਹੁੰਦੇ ਨੇ, ਉਹ ਫਿਰ ਜਿਹੜੇ ਲੋਕ ਬਾਊਮੈਨ ਸ਼ਹਿਰਾਂ ਦੇ ਹੁੰਦੇ, ਪੈਂਟਮੈਨ, ਹਾਂਜੀ, ਉਹ ਪੈਸੇ ਵਾਲ ਨਹੀਂ ਵਹਿੰਦੇ। ਉਹ ਆਂਦੇ ਮੈਂ ਯਾਰ ਭਾਈ ਤੂੰ ਪਿੰਡ ਦਾ ਬੰਦਾ, ਹਾਂਜੀ ਤੇਰੇ ਕੋਲ ਜਾਨਵਰ ਲੈ ਯਾਰ, ਸਾਡਾ ਇੱਥੇ 1 ਕਿਲੋਮੀਟਰ ਹਵੇਲੀ ਦੂਰ ਹੈ ਜਾਂ 2 ਕਿੱਲੇ ਦੂਰ ਹੈ, ਜਿੱਥੇ ਵੀ ਹੈਗੀ ਤੈਨੂੰ 500,000 ਵੱਧ ਦੇ ਦਾਂਗੇ, ਤੁਸੀਂ ਮੇਰੇ ਨਾਲ ਜਾ ਕੇ ਯਾਰ ਉੱਥੇ ਬੰਨ੍ਹ ਦਿਓ। ਇਹ ਤੇ ਹੋ ਗਿਆ ਜੀ, ਇਹ ਤੇ ਹੋ ਗਿਆ ਸ਼ਹਿਰਾਂ ਦਾ ਵਾਕਿਆ। ਹਾਂਜੀ, ਪਿੰਡਾਂ ਦੇ ਵਿੱਚ ਵੀ ਏਦਾਂ ਹੁੰਦਾ ਕਿ ਪਿੰਡਾਂ 'ਚ ਵੀ ਉਹ ਜਾਨਵਰ ਢਾਹ ਲੈਂਦੇ ਨੇ ਬੰਦਿਆਂ ਨੂੰ। ਹਾਂਜੀ, ਬਾਤ ਕਦ ਵੇਰਿਆ ਹੋਵੇ ਜਾਨਵਰ, ਤਗੜਾ ਜਾਨਵਰ ਹੋਵੇ, ਉਹ ਵੀ ਮਸਤੀ ਕਰਦਾ, ਉਹ ਆਪਣੀ ਜੋਸ਼ ਜਜ਼ਬਾ ਵਹਾਉਂਦਾ ਜਦੋਂ ਖੂਨ ਉਹਦੇ ਵਿੱਚ ਹੋਵੇ। ਕਈ ਦਫਾ ਵੇਖਿਆ ਵੀ, ਬਾਹਰ ਵੀ ਵੇਖਿਆ ਕਿੱਲਿਆਂ ਦੇ ਜਦੋਂ ਖੋਲ ਕੇ ਜਦੋਂ ਵਪਾਰੀ ਲੈ ਕੇ ਜਾਣ ਲੱਗਦੇ, ਉਹ ਅੱਗੋਂ ਸਿਰ ਮਾਰਦਾ, ਉੱਡ ਪੈਂਦੇ ਨੇ। ਹਾਂਜੀ, ਉਹ ਜਾਨਵਰਾਂ ਦੀਆਂ ਵੀ ਵਿੱਚ ਕੁਛ ਨਸਲਾਂ ਹੁੰਦੀਆਂ, ਕੁਛ ਖੂਨ ਹੁੰਦੇ ਨੇ। ਉਹ ਰਤਨਾ, ਹਾਂਜੀ, ਜਿਵੇਂ ਇਨਸਾਨਾਂ ਦੇ ਨੇ ਇੰਝ ਹੀ ਜਾਨਵਰਾਂ ਦੇ ਹਰ ਰੰਗ ਦੀ ਨਸਲ, ਹਰ ਰੰਗ ਦਾ ਖੂਨ ਹੈ। ਹਾਂਜੀ। ਅੱਛਾ ਅਰਸ਼ਦ ਭਾਈ, ਇਹ ਜਿਹੜਾ ਇਹ ਸੁਣਨ ਦੇ ਵਿੱਚ ਆਉਂਦਾ ਜੀ ਬੱਕਰਿਆਂ ਨੂੰ ਨਾ ਜੀ ਉਹ ਕੋਈ ਖੁਰਾਕ ਦਿੰਦੇ ਨੇ, ਉਹ ਢਿੱਡ ਫੁੱਲ ਜਾਂਦਾ ਵਾ ਤੇ ਉਹ ਮੋਟਾ ਤਾਜ਼ਾ ਕਰਨ ਵਾਸਤੇ ਇਸ ਤਰ੍ਹਾਂ ਦਾ ਵੀ ਕੋਈ ਇਸ਼ੂ ਹੁੰਦਾ ਵਾ ਕਿ ਉਹ ਜਾਨਵਰਾਂ ਨੂੰ ਕੁਝ ਦਿੰਦੇ ਲੈਂਦੇ ਨੇ ਵਪਾਰੀ। ਹਾਂਜੀ, ਕੁਛ ਵੰਡੇ ਜਿਹੜੇ ਹੁਣ ਚੱਲ ਪਏ ਨੇ, ਇਹ ਵੰਡੇ ਗਲਤ ਹੈ। ਜਿਹੜੇ ਇਹ ਵੰਡੇ ਹੁਣ ਫੀਡ ਜਿਨ੍ਹਾਂ ਨੂੰ ਆਖੀ ਜਾਂਦੀ ਜੀ ਫਲਾਣੀ ਸ਼ਾਹ ਜੀ, ਅੱਜ ਤੋਂ 10, 15, 20 ਸਾਲ ਪਹਿਲਾਂ ਜਿਹੜੀ ਖੁਰਾਕ ਸੀ ਉਦੋਂ ਅਸੀਂ ਪਾਉਂਦੇ ਹੁੰਦੇ ਹਾਂ ਕਪਾਹ ਦੀ ਖਲ, ਕਣਕ, ਮਕਈ। ਹੁਣ ਜਿਹੜੀ ਖੁਰਾਕ ਜੇ ਬੱਕਰਿਆਂ ਨੂੰ ਜਿਹੜੀ ਪੈ ਰਹੀ ਹੈ ਉਹ ਤਾਂ ਜ਼ਿਆਦਾ ਵੰਡਾ, ਉਹਦੇ ਨਾਲ ਨਾਲ ਹੋਰ ਬੜੀਆਂ ਕੀਮਿਆਈ ਚੀਜ਼ਾਂ ਐਸੀਆਂ ਆ ਗਈਆਂ ਨੇ ਜਿਹੜੀਆਂ ਫੈਲਾਉਣ ਵਾਸਤੇ ਉਹਨਾਂ ਨੂੰ, ਹਾਂਜੀ, ਦਿੱਤੇ ਜਾਂਦੇ, ਪਾਊਡਰ, ਕਈ ਕੁਛ ਹੈ। ਬਹਰਹਾਲ ਉਹ ਜਾਨਵਰ ਤੇ ਜਿਹੜੇ ਦੂਸਰੇ ਦੇਸੀ ਖੁਰਾਕ ਖਾਣ ਵਾਲੇ ਜਾਨਵਰ, ਉਹਨਾਂ ਦੀ ਤਾਕਤ, ਉਹਨਾਂ ਦੇ ਜ਼ਿਬਾ ਕਰਨ ਲੱਗਿਆ ਜਿਸ ਵੇਲੇ ਖੱਲੜੀ ਲੈਂਦੀ ਹੈ ਉਦੋਂ ਬੜਾ ਫਰਕ ਪੈਂਦਾ। ਅੱਛਾ ਜੀ। ਹਾਂਜੀ, ਜਿਹੜਾ ਸਮਝ ਵਾਲਾ ਸੋਚ ਵਾਲਾ ਬੰਦਾ, ਜਿਸ ਮਤਲਬ ਕੀ ਫਰਕ ਆਉਂਦਾ ਦੀ ਖੱਲੜੀ ਦੇ ਵਿੱਚ? ਕੀ ਮਸਲਾ? ਖੱਲੜੀ ਦੇ ਵਿੱਚ ਇਹ ਮਸਲਾ ਬਣਦਾ ਕਿ ਇੱਕ ਜਾਨਵਰ ਆ, ਉਹ ਜਿਹੜੀ ਪਹਿਲੀ ਖੁਰਾਕ ਵਾਲੇ ਹਨ ਉਹ ਆਸਾਨੀ ਨਾਲ ਇੰਨਾ ਜ਼ੋਰ ਨਹੀਂ ਲੈਂਦੇ, ਆਸਾਨੀ ਨਾਲ ਖਾ ਹੀ ਨਹੀਂ। ਅੱਛਾ, ਯਾਨੀ ਇਹ ਜਿਹੜੀਆਂ ਹੁਣ ਮਸਨੂਈ ਖੁਰਾਕਾਂ ਨੇ, ਹਾਂਜੀ, ਇਹਦੇ ਨਾਲ ਉਹਦੀ ਖੱਲੜੀ ਜਿਹੜੀ ਉਹ ਸਖਤ ਹੋ ਜਾਂਦੀ ਹੈ। ਹਾਂਜੀ, ਤੇ ਹੋਰ ਵੀ ਬਹੁਤ ਕੁਛ ਇਸ ਤਰੀਕੇ ਨਾਲ ਕੁਰਬਾਨੀ ਦੇ ਵਿੱਚ, ਹਾਂਜੀ, ਕੜਾਹੀ ਦੇ ਵਿੱਚ ਬੜਾ ਗੋਸ਼ਤ ਬਣਾਉਣ ਦੇ ਵਿੱਚ ਬੜਾ ਆਉਂਦਾ ਵਾ ਹਿਸਾਬ ਕਿਤਾਬ ਇਸ ਤਰੀਕੇ ਨਾਲ। ਹਾਂਜੀ। ਅੱਛਾ, ਤੁਸੀਂ ਇਹ ਕਰਦੇ ਹੋ? ਹਾਂਜੀ, ਤੁਸੀਂ ਤਰ੍ਹਾਂ ਤਰ੍ਹਾਂ ਦੇ ਜਾਨਵਰ ਕਰਦੇ, ਜਿਹੜਾ ਵੰਡੇ ਦਾ ਇਹ ਮਸਨੂਈ ਖੁਰਾਕ ਵਾਲਾ ਤੇ ਕੁਦਰਤੀ ਖੁਰਾਕ ਵਾਲੇ ਦੇ ਕੋਈ ਗੋਸ਼ਤ ਦੇ ਵਿੱਚ ਕੋਈ ਮਹਿਕ ਆਉਂਦਾ? ਬਿਲਕੁਲ ਹੈਗਾ, ਸਮੈਲ ਦਾ ਬੜਾ ਫਰਕ ਹੈ, ਬੜਾ ਫਰਕ ਹੈ। ਸਮੈਲ ਜਿਹੜੀ ਆ ਜਿਹਨੂੰ ਅਸੀਂ ਆਨੇ ਜੀ ਹੁਣ ਸਮੈਲ ਪਹਿਲਾਂ ਤਾਂ ਆਖੀ ਜਾਂਦਾ ਸੀ ਯਾਰ ਇਹਦੀ ਜਿਹੜੀ ਆ ਅੱਬੋ ਹਵਾਈ ਆ, ਇਹਦੀ ਜਿਹੜੀ ਹੈ ਨਾ ਬਹਿਣ ਉੱਠਣ ਜਾਨਵਰ ਦੀ, ਇਹ 'ਚ ਬੜਾ ਫਰਕ ਹੈ। ਦੇਸੀ ਝਟਕੇ ਬੰਦੇ ਜਿਹੜੇ ਆ ਤੇ ਹੁਣ ਇਸ ਗੱਲ ਨੂੰ ਨਹੀਂ ਵਹਿੰਦੇ। ਕੁਛ ਲੋਕ ਐਸੇ ਨੇ ਜਿਹੜੇ ਆਉਂਦੇ ਨੇ ਬਾਊ ਟੈਪ ਬੰਦੇ ਜਿਹੜੇ ਆਉਂਦੇ ਆਹ ਬੜਾ ਮੋਟਾ ਹੀ, ਇਹ ਜਾਨਵਰ ਬੜਾ ਖੂਬਸੂਰਤੀ, ਇਹ ਜਾਨਵਰ ਭਾਵੇਂ ਨਿਕਲਣਗੇ ਅੰਦਰੋਂ ਹਵੇਲੀ ਚੋਂ ਬਾਹਰ ਕੱਢਣਗੇ ਡਿੱਗ ਕੇ ਭਾਵੇਂ ਉਹਦਾ ਕੰਮ ਹੋ ਜੇ। ਹਾਂਜੀ, ਆਖਰ ਤੇ ਕੀ ਕਹਿਣਾ ਚਾਹੁੰਦੇ ਹੋ ਲੋਕ? ਅਸੀਂ ਇਹ ਕਹਿਣਾ ਚਾਹੁੰਦੇ ਵੀ ਬਰਾਏ ਮਿਹਰਬਾਨੀ ਕਰਕੇ ਸਾਡੇ ਪਾਕਿਸਤਾਨ ਦੇ ਵਿੱਚ ਜਿਹੜੇ ਲੋਕ ਇਹਨਾਂ ਜਾਨਵਰਾਂ ਨੂੰ ਪਾਲਦੇ ਹਨ
ਉਹ ਇਹਨਾਂ ਜਾਨਵਰਾਂ ਦਾ ਕੋਈ ਕਸੂਰ ਨਹੀਂ, ਜ਼ਿਆਦਤੀ ਨਾ ਕਰਨ, ਦੇਸੀ ਖੁਰਾਕਾਂ ਖਵਾਉਣ ਤੇ ਆਵਾਮ ਤੱਕ ਜਿਹੜਾ ਗੋਸ਼ਤ ਜਾਵੇ ਉਹ ਵੀ ਦੇਸੀ ਫਟਾਮਾਨ ਉਹਦੇ ਹੋਣ। ਜੀ ਬਹੁਤ ਸ਼ੁਕਰੀਆ ਅਰਸ਼ਦ ਸਾਹਿਬ, ਬਹੁਤ ਸ਼ੁਕਰੀਆ, ਤੁਸੀਂ ਵਕਤ ਦਿੱਤਾ। ਨਾਜ਼ਰੀਨ, ਇਹ ਸੀਗੇ ਅਰਸ਼ਦ ਕਸਾਬ 192 ਗਾਬੇ ਕੋਟਲਾ, ਤਹਿਸੀਲ ਸਮੁੰਦਰੀ, ਜ਼ਿਲ੍ਹਾ ਫੈਸਲਾਬਾਦ ਤੋਂ। ਤੇ ਜਨਾਬ ਅੱਜ ਆਪਣੇ ਪਿੰਡ ਦੇ ਵਿੱਚ ਇਹਨਾਂ ਦਾ ਇੰਟਰਵਿਊ ਰਿਕਾਰਡ ਕੀਤਾ। ਮੈਨੂੰ ਉਮੀਦ ਹੈ ਕਿ ਤੁਹਾਨੂੰ ਬੜਾ ਪਸੰਦ ਲੱਗੇਗਾ। ਇਹਨਾਂ ਦੀਆਂ ਮੁਫੀਦ ਗੱਲਾਂ ਨੂੰ ਤੁਸੀਂ ਅੱਗੇ ਵੀ ਸ਼ੇਅਰ ਕਰੋਗੇ। ਬਹੁਤ ਸ਼ੁਕਰੀਆ। ਅੱਲਾ ਹਾਫਿਜ਼।